ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ। 11ਵੀਂ ਕਲਾਸ ਵਿੱਚ ਹੈ। ਬੁੱਲੇ ਸ਼ਾਹ ਜੀ ਦੀ ਰਚਨਾ, ਉਸ ਦਾ ਅਧਿਐਨ ਕਰਾਂਗੇ। ਬੁੱਲੇ ਸ਼ਾਹ ਜੀ ਜੋ ਕਿ ਇੱਕ ਸੂਫੀ ਕਵੀ ਹੋਏ ਹਨ, ਉਹਨਾਂ ਨੇ ਬਹੁਤ ਸਾਰੀਆਂ ਸੁੰਦਰ ਕਾਫੀਆਂ ਦੀ ਰਚਨਾ ਕੀਤੀ ਹੈ। ਆਪ ਦੀ ਸਾਰੀ ਰਚਨਾ ਵਿੱਚ ਪਰਮਾਤਮਾ ਦੇ ਨਾਲ ਆਤਮਾ ਦਾ ਜੋੜ ਹੋ ਜਾਣਾ, ਸੰਸਾਰ ਦੀ ਨਾਸ਼ਮਾਨਤਾ, ਚੰਗੇ ਕਰਮਾਂ ਤੇ ਜ਼ੋਰ, ਇਹਨਾਂ ਵਿਸ਼ਿਆਂ ਉੱਤੇ ਉਹਨਾਂ ਨੇ ਸਾਰੀ ਕਵਿਤਾ ਰਚੀ ਹੈ। ਔਰ ਆਪਨੇ ਆਪਣੀ ਸਾਰੀ ਹਰ ਕਵਿਤਾ ਵਿੱਚ, ਹਰ ਰਚਨਾ ਵਿੱਚ ਆਪਣੇ ਆਪ ਨੂੰ ਹੀਰ ਔਰ ਪਰਮਾਤਮਾ ਨੂੰ ਰਾਂਝਾ ਕਹਿ ਕੇ ਜਿਹੜਾ ਕਿ ਸੰਬੋਧਿਤ ਕੀਤਾ ਹੈ। ਸੋ ਅੱਜ ਉਹਨਾਂ ਦੀ ਅਸੀਂ ਰਚਨਾ ਦਾ ਅਧਿਐਨ ਕਰਾਂਗੇ ਜੋ ਕਿ 11ਵੀਂ ਕਲਾਸ ਦੇ ਸਿਲੇਬਸ ਵਿੱਚ ਹੈ। ਸੋ ਪਹਿਲੇ ਪੈਰੇ ਵਿੱਚ ਬੁੱਲੇ ਸ਼ਾਹ ਜੀ ਕਹਿ ਰਹੇ ਹਨ, ਉੱਠ ਜਾਗ ਘਰਾੜੇ ਮਾਰ ਨਹੀਂ। ਬੁੱਲੇ ਸ਼ਾਹ ਜੀ ਜੀਵ ਇਸਤਰੀ ਦੇ ਰੂਪ ਵਿੱਚ ਕਹਿ ਰਹੇ ਨੇ ਕਿ ਹੇ ਇਨਸਾਨ, ਤੂੰ ਉੱਠ ਜਾਗ, ਇਸ ਸੰਸਾਰ ਵਿੱਚ ਤੂੰ ਸਿਰਫ ਸੌਣ ਨਹੀਂ ਆਇਆ, ਘਰਾੜੇ ਮਾਰਨੀ। ਘਰਾੜੇ ਮਾਰਨਾ ਅਕਸਰ ਕਹਿੰਦੇ ਨੇ ਕਿ ਜਿਹੜਾ ਬੇਫਿਕਰੀ ਦੀ ਨੀਂਦ ਸੌਂਦਾ ਹੈ ਨਾ, ਉਹਨੂੰ ਕਹਿੰਦੇ ਵੀ ਉਹ ਘਰਾੜੇ ਮਾਰ ਕੇ ਸੋ ਰਿਹਾ ਹੈ। ਤੋ ਇੱਥੇ ਬੁੱਲੇ ਸ਼ਾਹ ਜੀ ਕਹਿੰਦੇ ਕਿ ਇਨਸਾਨ ਤੂੰ ਉੱਠ, ਨੀਂਦਰ ਤੋਂ ਜਾਗ। ਬੇਫਿਕਰੀ ਦੀ ਨੀਂਦ ਜਿਹੜਾ ਸੌਣਾ ਇੱਥੇ ਚੰਗਾ ਕੰਮ ਨਹੀਂ ਹੈ। ਤੂੰ ਸਿਰਫ ਇਸ ਸੰਸਾਰ ਵਿੱਚ ਸੌਣ ਵਾਸਤੇ ਨਹੀਂ ਆਇਆ। ਇਹ ਸਵਣ ਤੇਰੇ ਦਰਕਾਰ ਨਹੀਂ, ਕਿ ਸੋਣਾ ਤੇਰੇ ਲਈ ਚੰਗੀ ਚੀਜ਼ ਨਹੀਂ ਹੈ, ਕਿ ਤੇਰੇ ਵਾਸਤੇ ਸੁਖਾਵਾ ਨਹੀਂ ਹੈ ਕਿ ਤੂੰ ਹਰ ਵਕਤ ਮਤਲਬ ਸੋਣਾ। ਇੱਥੇ ਸੌਣ ਤੋਂ ਭਾਵ ਹੈ ਕਿ ਤੂੰ ਸੰਸਾਰ ਵਿੱਚ ਆਇਆ ਹੈ, ਦਿਨ ਵਿੱਚ ਤੂੰ ਆਪਣੇ ਕੰਮ ਕਰੇ, ਰਾਤੀ ਤੂੰ ਆਰਾਮ ਨਾਲ ਸੋ ਜਾਏ। ਸਿਰਫ ਇਹੀ ਕਰਮ ਨਹੀਂ ਕਰਨ ਆਇਆ ਸੰਸਾਰ ਵਿੱਚ। ਕਿੱਥੇ ਹੈ ਸੁਲਤਾਨ ਸਿਕੰਦਰ, ਕਿ ਜਿਹੜਾ ਸੁਲਤਾਨ ਸੀ, ਏਡਾ ਵੱਡਾ ਜਿਹੜਾ ਰਾਜਾ ਸੀ ਸਿਕੰਦਰ ਰਾਜਾ, ਪਰਮਾਤਮਾ ਨੇ ਜਾਂ ਮੌਤ ਨੇ ਉਸ ਦਾ ਵੀ ਲਿਹਾਜ਼ ਨਹੀਂ ਕੀਤਾ। ਉਹ ਵੀ ਇਸ ਸੰਸਾਰ ਤੋਂ ਜਾ ਚੁੱਕਿਆ ਹੈ। ਮੌਤ ਨਾ ਛੱਡੇ ਪੀਰ ਪੈਗੰਬਰ, ਕਿ ਜਿਹੜੀ ਮੌਤ ਆਉਂਦੀ ਹੈ ਨਾ ਜਦੋਂ, ਉਹ ਵੱਡੇ ਵੱਡੇ ਪੀਰ ਪੈਗੰਬਰਾਂ ਨੂੰ ਵੀ ਨਹੀਂ ਛੱਡਦੀ ਵੀ। ਸਭ ਪੀਰ ਪੈਗੰਬਰ ਵੀ ਇਹਨਾਂ ਨੂੰ ਸੰਸਾਰ ਤੋਂ ਜਾਣਾ ਪੈਂਦਾ ਹੈ। ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਜਾਣਾ ਪੈਂਦਾ ਹੈ। ਸਭ ਛੱਡ ਛੱਡ ਗਏ ਅਡੰਬਰ, ਕਿ ਜੋ ਵੀ ਇਸ ਦੁਨੀਆ ਤੇ ਆਏ ਨੇ, ਉਹਨਾਂ ਨੇ ਜਿੰਨੇ ਮਰਜ਼ੀ ਆਪਣੇ ਮਹਿਲ ਬਣਾਏ ਨੇ, ਘਰ ਬਣਾਏ ਨੇ, ਬਾਲ ਬੱਚੇ ਨੇ, ਸਭ ਨੂੰ ਛੱਡ ਛੱਡ ਕੇ ਸਭ ਇਸ ਸੰਸਾਰ 'ਚੋਂ ਚੱਲਦੇ ਜਾਂਦੇ ਨੇ। ਯਾਨੀ ਕਿ ਜੋ ਵੀ ਸੰਸਾਰ ਵਿੱਚ ਮਨੁੱਖ ਆਉਂਦਾ ਹੈ, ਉਸਨੇ ਇੱਕ ਨਾ ਇੱਕ ਦਿਨ ਤੇ ਇੱਥੋਂ ਜਾਣਾ ਹੀ ਹੈ। ਇੱਥੇ ਕੋਈ ਪਾਏਦਾਰ ਨਹੀਂ। ਪਾਏਦਾਰ ਤੋਂ ਭਾਵ ਹੈ ਕਿ ਇੱਥੇ ਕੋਈ ਪਰਮਾਨੈਂਟ ਪੱਕਾ ਰਹਿਣ ਵਾਸਤੇ ਨਹੀਂ ਆਉਂਦਾ ਹੈ। ਸੋ ਇਸ ਲਈ ਇਹ ਇਨਸਾਨ, ਤੂੰ ਇਸ ਸੰਸਾਰ ਵਿੱਚ ਸਿਰਫ ਸੌਣ ਜਾਂ ਖਾਣ ਪੀਣ ਨੱਚਣ ਵਾਸਤੇ ਨਹੀਂ ਆਇਆ। ਅਸਲ ਕੰਮ ਕੀ ਕਰਨ ਆਇਆ ਹੈ? ਨੇਕ ਕਰਮ, ਪ੍ਰਭੂ ਸਿਮਰਨ, ਉਹ ਕਰਨਾ ਹੈ। ਅਸੀਂ ਜਿਹੜੇ ਜਿਹੜੇ ਜ਼ਰੂਰੀ ਕੰਮ ਕਰਨਾ ਹੈ ਉਹਨੂੰ ਛੱਡ ਕੇ ਅਸੀਂ ਫਾਲਤੂ ਦੇ ਸਾਰੇ ਕੰਮਾਂ 'ਚ ਲੱਗੇ ਹਾਂ। ਇਸ ਲਈ ਇਹ ਇਨਸਾਨ, ਸੁਲਤਾਨ ਸਿਕੰਦਰ ਵੀ ਇੱਥੋਂ ਚਲਾ ਗਿਆ, ਵੱਡੇ ਵੱਡੇ ਪੀਰ ਪੈਗੰਬਰ ਵੀ ਚਲੇ ਗਏ, ਜੋ ਵੀ ਦੁਨੀਆ ਤੇ ਆਏ ਲੋਕ ਸਭ ਜਾ ਰਹੇ ਨੇ। ਇਸ ਲਈ ਸਮੇਂ ਸਿਰ ਰਹਿੰਦੇ ਆਪਣੇ ਚੰਗੇ ਕਰਮਾਂ ਵੱਲ ਆਪਣਾ ਜ਼ੋਰ ਲਾ, ਪ੍ਰਭੂ ਦੇ ਸਿਮਰਨ ਵੱਲ ਆਪਣਾ ਜ਼ੋਰ ਲਾ, ਔਰ ਆਪਣੇ ਆਪ ਨੂੰ ਇਹ ਹਮੇਸ਼ਾ ਚੇਤਾਏ ਰੱਖ, ਯਾਦ ਰੱਖ ਕਿ ਅਸਲ ਜਿਹੜੀ ਹੈ ਮੌਤ ਹੈ, ਉਹ ਆਉਣੀ ਹੀ ਆਉਣੀ ਹੈ। ਸਭ ਨੇ ਜਾਣਾ ਹੀ ਜਾਣਾ ਹੈ। ਸੋ ਇਹ ਸੀ ਪਹਿਲਾ ਪੈਰਾ ਬੁੱਲੇ ਸ਼ਾਹ ਜੀ ਦੀ ਰਚਨਾ ਦਾ। ਦੂਸਰਾ ਪੈਰਾ ਹੈ ਜਿਸ ਵਿੱਚ ਬੁੱਲੇ ਸ਼ਾਹ ਕਹਿ ਰਹੇ ਨੇ, ਇਸ ਵਿੱਚ ਵੀ, ਇਸ ਪੈਰੇ ਵਿੱਚ ਵੀ ਉਹ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਕਰ ਰਹੇ ਹਨ, ਚੰਗੇ ਕਰਮਾਂ ਤੇ ਜ਼ੋਰ ਦੇ ਰਹੇ ਹਨ ਕਰਨ ਤੇ। ਜੋ ਕੁਝ ਕਰ ਸੈਂ ਜੋ ਕੁਝ ਪਾਸੈ, ਕਿ ਇਹ ਇਨਸਾਨ, ਕਿ ਜੋ ਇੱਥੇ ਸੰਸਾਰ ਵਿੱਚ ਆ ਕੇ ਜਿਹੜੇ ਵੀ ਤੂੰ ਨੇਕ ਕਰਮ ਕਰੇਗਾ, ਚੰਗੇ ਕਰਮ ਕਰੇਗਾ, ਜੋ ਕੁਝ ਪਾਸੇ, ਕਿ ਉਹ ਤੇਰੇ ਹੀ ਪੱਲੇ ਬੰਨੇ ਜਾਣਗੇ। ਯਾਨੀ ਕਿ ਜਿਵੇਂ ਅਸੀਂ ਕਹਿੰਦੇ ਨਾ, ਜੋ ਅਸੀਂ ਸੰਸਾਰ ਵਿੱਚ ਕਮਾਈ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਅਸੀਂ ਆਪਣੇ ਲੋਕਰ 'ਚ ਜਾਂ ਜਿੱਥੇ ਵੀ ਘਰ ਰੱਖੀ ਜਾਂਦੇ ਪਰਸ ਵਿੱਚ, ਉਸੇ ਤਰ੍ਹਾਂ ਅਸੀਂ ਜੋ ਵੀ ਕਰਮ ਚੰਗੇ ਕਰਦੇ ਆ ਨਾ, ਉਹ ਸਾਡੇ ਕਰਮ ਸਾਡੇ ਨਾਲ ਨਾਲ ਬੰਨੇ ਜਾਂਦੇ ਹਨ। ਪਰਮਾਤਮਾ ਸਾਡੇ ਪੱਲੇ ਨਾਲ ਬੰਨੀ ਜਾਂਦਾ ਹੈ। ਨਹੀਂ ਤਾਂ ਉੜਕ ਪਛੋਤਾਸੇ। ਉੜਕ ਦਾ ਮਤਲਬ ਹੁੰਦਾ ਅੰਤ ਵੇਲੇ, ਜਦੋਂ ਮੌਤ ਆਉਂਦੀ ਹੈ। ਪਛੋਤਾਸੇ ਮਤਲਬ ਪਛਤਾਉਣਾ, ਕਿ ਅੰਤ ਵਿੱਚ ਅਸੀਂ ਪਛਤਾਵਾਂਗੇ ਅਗਰ ਅਸੀਂ ਜਿੰਦਾ ਰਹਿੰਦੇ ਹੋਏ ਸੰਸਾਰ ਵਿੱਚ ਚੰਗੇ ਕਰਮ ਨਾ ਕੀਤੇ। ਕਿਉਂਕਿ ਜਦੋਂ ਇਨਸਾਨ ਮਰਦਾ ਹੈ ਤੇ ਕਹਿੰਦੇ ਨੇ ਕਿ ਉਹਦੇ ਨਾਲ ਸਿਰਫ ਉਹਦੇ ਚੰਗੇ ਕਰਮ ਹੀ ਜਾਂਦੇ ਨੇ, ਤੇ ਜਿਹੜੀ ਚੀਜ਼ ਅਸਲ ਵਿੱਚ ਜਾਣੀ ਹੈ, ਜੇ ਉਹੀ ਨਾ ਸਾਡੇ ਕੋਲ ਹੋਈ ਤਾਂ ਅਸੀਂ ਤਾਂ ਅੰਤ ਵਿੱਚ ਪਛਤਾਉਣਾ ਹੀ ਹੈ ਨਾ। ਜਿਸ ਤਰ੍ਹਾਂ ਤੁਸੀਂ ਕਿਸੇ ਸਫ਼ਰ ਤੇ ਜਾਣਾ ਹੋਵੇ ਵੀ, ਤੁਹਾਨੂੰ ਟਿਕਟ ਖਰੀਦਣ ਵਾਸਤੇ, ਬੱਸ ਦੀ, ਟ੍ਰੇਨ ਦੀ ਟਿਕਟ ਖਰੀਦਣ ਵਾਸਤੇ ਪੈਸੇ ਚਾਹੀਦੇ ਨੇ, ਪਰ ਜੇ ਤੁਹਾਡੇ ਕੋਲ ਪੈਸੇ ਹੀ ਨਾ ਹੋਣਗੇ ਤਾਂ ਤੁਸੀਂ ਟਿਕਟ ਕਿਸ ਤਰ੍ਹਾਂ ਖਰੀਦੋਗੇ? ਟਿਕਟ ਨਹੀਂ ਹੋਏਗੀ ਤਾਂ ਜਾਵੋਗੇ ਕਿਸੇ ਤਰ੍ਹਾਂ। ਇਸੇ ਤਰ੍ਹਾਂ ਹੀ ਅਗਰ ਪਰਮਾਤਮਾ ਦੇ ਘਰ ਜਾਣਾ ਹੈ ਤਾਂ ਪਛਤਾਉਣ ਨਾਲੋਂ ਚੰਗਾ ਕਿ ਅਸੀਂ ਆਪਣੇ ਚੰਗੇ ਕਰਮ ਥੋੜ੍ਹੇ ਜਿਹੇ ਕਰ ਲਈਏ। ਸੂੰਝੀ ਕੂੰਜ ਵਾਂਗ ਕੁਰਲਾਸੇ, ਕਹਿੰਦੇ ਅੰਤ ਵੇਲੇ ਜਦੋਂ ਮੌਤ ਆਏਗੀ ਨਾ, ਅਗਰ ਚੰਗੇ ਕਰਮ ਨਹੀਂ ਕੀਤੇ ਹੋਣਗੇ ਤਾਂ ਡਾਰ ਨਾਲੋਂ ਵਿਛੜੀ ਕੂੰਜ ਵਾਂਗ ਤੂੰ ਕਰਲਾਏਗਾ। ਖੰਭਾਂ ਬਾਜ ਉਡਾਰ ਨਹੀਂ, ਕਿ ਜੇ ਕਿਸੇ ਪੰਛੀ ਦੇ ਖੰਭ ਲਾ ਦਿਓ ਤੇ ਉੱਡ ਨਹੀਂ ਨਾ ਸਕਦਾ, ਤੇ ਉਸੇ ਤਰ੍ਹਾਂ ਜਿਹੜਾ ਇਨਸਾਨ ਹੈ ਨਾ, ਉਹਦੀ ਜਦੋਂ ਮੌਤ ਆਏਗੀ ਨਾ, ਉਹਦੇ ਕੋਲ ਖੰਭ ਕਿਹੜੇ ਨੇ? ਉਹਦੇ ਚੰਗੇ ਕਰਮ। ਜੇ ਉਹਦੇ ਕੋਲ ਖੰਭ ਰੂਪੀ ਕਰਮ ਹੀ ਨਹੀਂ ਹੋਣਗੇ ਨਾ, ਤੇ ਉਹ ਉੱਡ ਵੀ ਨਹੀਂ ਪਾਏਗਾ, ਪਰਮਾਤਮਾ ਦੇ ਘਰ ਜਾ ਵੀ ਨਹੀਂ ਪਾਏਗਾ। ਬੁੱਲਾ ਸ਼ੌ ਬਿਨਾ ਕੋਈ ਨਹੀਂ। ਸ਼ੌ ਇੱਥੇ ਗਿਆ ਹੈ ਪਤੀ ਨੂੰ। ਪਤੀ ਕਿਹੜਾ? ਪਰਮਾਤਮਾ। ਕਿ ਇਸ ਦੁਨੀਆ ਵਿੱਚ ਵੀ ਔਰ ਉਸ ਦੁਨੀਆ ਵਿੱਚ ਵੀ, ਇਸ ਦੋਵਾਂ ਜਹਾਨਾਂ ਵਿੱਚ, ਇਸ ਧਰਤੀ ਤੇ ਵੀ, ਪਰਮਾਤਮਾ ਦੇ ਘਰ ਜਾਣ ਤੇ ਵੀ, ਉਹ ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਸਹਾਈ ਨਹੀਂ ਹੈ। ਇੱਥੇ ਉੱਥੇ ਦੋਹੀਂ ਤਾਈ, ਇੱਥੇ ਉੱਥੇ ਤੋਂ ਭਾਵ ਦੋਹੇ ਜਹਾਨਾਂ ਵਿੱਚ, ਇੱਥੇ ਸੰਸਾਰ ਵਿੱਚ ਵੀ ਔਰ ਮਰਨ ਤੋਂ ਬਾਅਦ ਵਿੱਚ ਵੀ ਸਾਡਾ ਅਸਲੀ ਸਹਾਈ ਕੌਣ ਹੈ?
ਪਰਮਾਤਮਾ ਹੀ ਹੁੰਦਾ ਹੈ। ਸੰਭਲ ਸੰਭਲ ਕੇ ਕਦਮ ਟਿਕਾਈ, ਇਸ ਕਰਕੇ ਇਸ ਸੰਸਾਰ ਵਿੱਚ ਰਹਿੰਦੇ ਆਪਣੇ ਸਾਰੇ ਕਰਮ ਜਿਹੜੇ ਸੋਚ ਸਮਝ ਕੇ ਕਰੀ, ਗਲਤ ਕਰਮ ਨਾ ਕਰੀ, ਕਿਸੇ ਨਾਲ ਮਾੜਾ ਨਾ ਕਰੀ, ਕਿਸੇ ਨਾਲ ਮੰਦਾ ਬੋਲਣਾ ਬੋਲਣੀ, ਕਿਸੇ ਦਾ ਦਿਲ ਨਾ ਦੁਖਾਈ, ਫਿਰ ਆਉਣਾ ਦੂਜੀ ਵਾਰ ਨਹੀਂ। ਔਰ ਇਸ ਸੰਸਾਰ ਵਿੱਚ ਕਹਿੰਦੇ ਕਿ ਦੂਸਰੀ ਵਾਰ ਅਸੀਂ ਆਉਂਦੇ ਹੀ ਨਹੀਂ ਆ। ਅਗਰ ਕਈ ਲੋਕ ਕਹਿੰਦੇ ਨੇ ਕਿ ਦੁਬਾਰਾ ਪੁਨਰ ਜਨਮ ਹੁੰਦਾ ਹੈ, ਜਨਮ ਲੈ ਕੇ ਅਸੀਂ ਆਉਂਦੇ ਹਾਂ, ਪਰ ਸਾਨੂੰ ਆਪਣੇ ਪਿਛਲੇ ਜਨਮ ਦਾ ਤੇ ਤਦ ਤੱਕ ਚੇਤਾ ਭੁੱਲ ਜਾਂਦਾ ਹੈ। ਸੋ ਇਸ ਕਰਕੇ ਸਮਝ ਕੇ ਹੀ ਚਲੋ ਕਿ ਅਸੀਂ ਦੁਬਾਰਾ ਤੇ ਆਉਣਾ ਹੀ ਨਹੀਂ ਆ, ਤੇ ਇਸ ਦੁਬਾਰਾ ਹੀ ਨਹੀਂ ਆਉਣਾ, ਜਿਸ ਜਗ੍ਹਾ ਤੇ ਦੁਬਾਰਾ ਨਹੀਂ ਆਉਣਾ ਤੇ ਉੱਥੇ ਆਪਣੀ ਚੰਗੀ ਪਹਿਚਾਣ ਛੱਡ ਕੇ ਜਾਓ। ਜੋ ਅਸੀਂ ਪਰਮਾਤਮਾ ਨਾਲ ਵਾਅਦਾ ਕਰਕੇ ਆਏ ਸੀ ਇਸ ਧਰਤੀ ਤੇ ਆਉਣ ਲੱਗਿਆ ਕਿ ਪਰਮਾਤਮਾ ਉੱਥੇ ਜਾ ਕੇ ਅਸੀਂ ਚੰਗੇ ਕਰਮ ਕਰਾਂਗੇ, ਨੇਕ ਕਰਮ ਕਰਾਂਗੇ, ਤੇਰਾ ਨਾਮ ਸਿਮਰਨ ਕਰਾਂਗੇ, ਉਹ ਅਸੀਂ ਇੱਥੇ ਸਭ ਆ ਕੇ ਭੁੱਲ ਜਾਂਦੇ ਹਾਂ। ਸੋ ਬੁੱਲੇ ਸ਼ਾਹ ਜੀ ਨੇ ਇਸ ਵਿੱਚ ਸਾਨੂੰ ਇਸੇ ਗੱਲਾਂ, ਇਸੇ ਆਪਣੇ ਰਚਨਾ ਵਿੱਚ ਇਹਨਾਂ ਚੀਜ਼ਾਂ ਵਾਸਤੇ ਚੇਤਾਇਆ ਹੈ ਕਿ ਚੰਗੇ ਕਰਮ ਕਰੋ, ਨੇਕ ਅਮਲ ਕਰੋ, ਪਰਮਾਤਮਾ ਨੂੰ ਹਰ ਵਕਤ ਯਾਦ ਰੱਖੋ, ਜਿੰਨਾ ਹੋ ਸਕੇ ਮਾੜੇ ਕਰਮਾਂ ਤੋਂ ਬਚੋ। ਸੋ ਬੁੱਲੇ ਸ਼ਾਹ ਦੀ ਰਚਨਾ ਜਿਹੜੀ ਸੀ ਕਰ ਰਹੇ ਉਸ ਅਗਲਾ ਤੀਸਰਾ ਪੈਰਾ ਕਰਨ ਲੱਗੇ ਆ। ਕੁੱਤੇ ਤੇਥੋਂ ਉੱਤੇ, ਇਸ ਪੈਰੇ ਵਿੱਚ ਜਿਹੜਾ ਇਸ ਰਚਨਾ ਵਿੱਚ ਬੁੱਲੇ ਸ਼ਾਹ ਜੀ ਨੇ ਇਨਸਾਨ ਦਾ ਜਿਹੜਾ ਕੰਪੈਰੀਜ਼ਨ ਜਾਂ ਮੁਕਾਬਲਾ ਕੀਤਾ ਕੁੱਤੇ ਦੇ ਨਾਲ ਕੀਤਾ, ਤੇ ਕਹਿ ਰਹੇ ਨੇ ਕਿ ਕੁੱਤੇ ਇਨਸਾਨ ਤੇਰੇ ਤੋਂ ਉੱਤੇ ਨੇ, ਕਿ ਕੁੱਤੇ ਤੇਰੇ ਤੋਂ ਉੱਚਾ ਸਥਾਨ ਪ੍ਰਾਪਤ ਕਰਦੇ ਨੇ। ਰਾਤੀ ਜਾਗੇ ਕਰੇ ਇਬਾਦਤ, ਇਬਾਦਤ ਹੁੰਦਾ ਵੈਸੇ ਭਗਤੀ ਕਰਨਾ, ਪਰਮਾਤਮਾ ਦਾ ਸਿਮਰਨ ਕਰਨਾ, ਪਰ ਇੱਥੇ ਉਹਨਾਂ ਨੇ ਜਿਹੜੀ ਕਵੀ ਨੇ ਉਦਾਹਰਨ ਦਿੱਤੀ, ਕਹਿੰਦੇ ਕਿ ਜਿਹੜਾ ਕੁੱਤਾ ਹੁੰਦਾ ਸਾਰੀ ਰਾਤ ਜਾਗ ਕੇ ਆਪਣੇ ਮਾਲਕ ਦੇ ਘਰ ਦੀ ਰਾਖੀ ਕਰਦਾ ਹੈ, ਯਾਨੀ ਕਿ ਸਾਰੀ ਰਾਤ ਜਾਗਦਾ ਰਹਿੰਦਾ, ਚੁਕੰਨਾ ਰਹਿੰਦਾ ਹੈ ਕਿ ਮੇਰੇ ਆਪਣੇ ਮਾਲਕ ਦੇ ਘਰ ਦਾ ਮੈਂ ਧਿਆਨ ਰੱਖਣਾ ਹੈ। ਰਾਤੀ ਜਾਗਣ ਕੁੱਤੇ, ਕਿ ਸਾਰੀ ਰਾਤ ਕੁੱਤੇ ਜਾਗਦੇ ਰਹੇ ਨੇ ਮਾਲਕ ਦੇ ਘਰ ਦੀ ਰੱਖਿਆ ਕਰਨ ਵਾਸਤੇ। ਤੇ ਇੱਥੋਂ ਉੱਤੇ ਕਿ ਇਨਸਾਨ ਤੇਰੇ ਤੋਂ ਉੱਤੇ ਨੇ। ਭੌਂਕਣ ਤੋਂ ਬੰਦ ਮੂਲ ਨਾ ਹੁੰਦੇ, ਕਿ ਜੇ ਉਹਨਾਂ ਦਾ ਮਾਲਕ ਉਹਨਾਂ ਨੂੰ ਝਿੜਕ ਵੀ ਮਾਰਦਾ, ਡੰਡਾ ਵੀ ਮਾਰਦਾ, ਤਾਂ ਵੀ ਉਹ ਭੌਂਕਦੇ ਨੇ। ਘਰ ਵਿੱਚ ਕੋਈ ਵੀ ਅਜਨਬੀ ਆਵੇ ਜਾਂ ਕੋਈ ਵੀ ਬਾਹਰ ਉਹਨਾਂ ਨੂੰ ਕੋਈ ਖਤਰਾ ਲੱਗਦਾ ਤਾਂ ਫਟਾਫਟ ਕੁੱਤੇ ਭੌਂਕਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਮਾਲਕ ਡੰਡੇ ਵੀ ਮਾਰਦਾ ਹੈ ਕਿ ਨਾ ਭੌਂਕੋ, ਨਾ ਸ਼ੋਰ ਮਚਾਓ, ਪਰ ਉਹ ਫਿਰ ਵੀ ਬੰਦ ਮੂਲ ਨਹੀਂ ਹੁੰਦੇ, ਬੰਦ ਨਹੀਂ ਹੁੰਦੇ ਭੌਂਕਣਾ, ਭੌਂਕਦੇ ਰਹਿੰਦੇ ਨੇ। ਤੇ ਅਗਲੇ ਦਿਨ ਜਾਂ ਰੂੜੀ ਤੇ ਸੁੱਤੇ, ਰੂੜੀ ਮਤਲਬ ਮਿੱਟੀ ਦਾ ਢੇਰ, ਗੰਦਗੀ, ਉੱਥੇ ਜਾ ਕੇ ਕੁੱਤੇ ਜਿਹੜੇ ਨੇ ਸੋ ਜਾਂਦੇ ਨੇ। ਪੂਰੀ ਰਾਤ ਮਾਲਕ ਦੇ ਘਰ ਦੀ ਰੱਖਿਆ ਕਰਦੇ ਨੇ, ਜਾ ਕੇ ਪਹਿਰਾ ਦਿੰਦੇ ਹਨ, ਮਾਲਕ ਦੀ ਖਾਤਰ ਜਾਗਦੇ ਨੇ ਤੇ ਆਪਣੇ ਮਾਲਕ ਕੋ ਡੰਡੇ ਵੀ ਖਾਂਦੇ ਨੇ। ਫਿਰ ਅਗਲੇ ਦਿਨ ਕੁੱਤੇ ਜਿਹੜੇ ਜੇ ਰੂੜੀ ਤੇ ਜਾ ਕੇ ਸੋ ਜਾਂਦੇ ਨੇ। ਕੋਈ ਆਸ ਨਹੀਂ ਉਹਨਾਂ ਨੂੰ ਹੁੰਦੀ ਕੁੱਤਿਆਂ ਨੂੰ ਕਿ ਅਸੀਂ ਮਾਲਕ ਦੇ ਘਰ ਦੀ ਪੂਰੀ ਰਾਤ ਰੱਖਿਆ ਕੀਤੀ ਹੈ ਜਾਂ ਪੂਰੀ ਰਾਤ ਪਹਿਰਾ ਦਿੱਤਾ ਤੇ ਹੁਣ ਸਾਨੂੰ ਮਾਲਕ ਜਿਹੜਾ ਉਹਦੇ ਵਾਸਤੇ ਕੋਈ ਇਨਾਮ ਦੇਵੇਗਾ, ਨਹੀਂ। ਉਹਨਾਂ ਨੂੰ ਪਤਾ ਹੈ ਸਾਡਾ ਮਾਲਕ ਹੈ, ਸਾਡਾ ਇਹ ਪਿਓ ਹੈ, ਜਾਂ ਜੋ ਵੀ ਸਭ ਕੁਝ ਹੈ ਸਾਡਾ, ਅਸੀਂ ਇਹਦੇ ਵਾਸਤੇ ਕਰਨਾ ਹੀ ਹੈ। ਖਸਮ ਆਪਣੇ ਦਾ ਦਰ ਨਾ ਛੱਡ ਦੇ, ਖਸਮ ਇੱਥੇ ਕਿਹਾ ਜਾਂਦਾ ਵੈਸੇ ਪਤੀ ਨੂੰ, ਇੱਥੇ ਖਸਮ ਵਰਤਿਆ ਗਿਆ ਹੈ ਕਿ ਜਿਹੜਾ ਕੁੱਤਾ ਹੈ ਉਹ ਆਪਣੇ ਮਾਲਕ ਦਾ ਦਰ ਯਾਨੀ ਕਿ ਘਰ ਨਹੀਂ ਛੱਡਦਾ, ਭਾਵੇਂ ਵੱਜਣ ਜੁੱਤੇ, ਭਾਵੇਂ ਉਸਦਾ ਮਾਲਕ ਉਹਨੂੰ ਜੁੱਤੀਆਂ ਮਾਰੇ, ਝਿੜਕਾਂ ਮਾਰੇ, ਉਹ ਆਪਣੇ ਮਾਲਕ ਦਾ, ਆਪਣੇ ਖਸਮ ਦਾ ਘਰ ਛੱਡ ਕੇ ਨਹੀਂ ਜਾਂਦੇ। ਯਾਨੀ ਕਿ ਇਨਸਾਨ ਨੂੰ ਸਮਝਾਇਆ ਗਿਆ ਹੈ ਕਿ ਇਹ ਇਨਸਾਨ, ਅਗਰ ਤੇਰੇ ਤੇ ਥੋੜਾ ਜਿਹਾ ਵੀ ਕਸ਼ਟ ਆ ਜਾਂਦਾ ਹੈ, ਕੋਈ ਦੁੱਖ ਆ ਜਾਂਦਾ, ਅਸੀਂ ਝੱਟ ਪਰਮਾਤਮਾ ਨੂੰ ਉਲਾਹਣੇ ਦੇਣੀ ਸ਼ੁਰੂ ਕਰ ਦਿੰਦੇ ਹਾਂ ਕਿ ਪਰਮਾਤਮਾ ਮੇਰੇ ਨਾਲ ਤੂੰ ਇੰਝ ਕਿਉਂ ਕਰਦਾ ਪਿਆ, ਤੇ ਉਹ ਚੰਗਾ ਹੀ ਨਹੀਂ ਹੈ, ਮੈਂ ਪਰਮਾਤਮਾ ਨਾਲ ਨਾਰਾਜ਼ ਆ, ਜਾਂ ਜੋ ਅਸੀਂ ਲੋਕ ਸਭ ਇੰਝ ਦੀਆਂ ਗੱਲਾਂ ਕਰਦੇ ਹਾਂ। ਪਰ ਜਿਹੜੇ ਕੁੱਤੇ ਨੇ ਉਹਨਾਂ ਵੱਲ ਵੇਖ ਕੇ ਕੋਈ ਸਿੱਖਿਆ ਲੈਣੀ ਚਾਹੀਦੀ ਸਾਨੂੰ ਕਿ ਮਾਲਕ ਉਹਨਾਂ ਨੂੰ, ਉਹਨਾਂ ਦਾ ਜਿਹੜਾ ਕਿ ਮਾਲਕ ਉਹਨਾਂ ਨੂੰ ਜੁੱਤੀਆਂ ਵੀ ਮਾਰਦਾ ਹੈ, ਉਹ ਸਾਰੀ ਰਾਤ ਆਪਣੇ ਮਾਲਕ ਦੇ ਘਰ ਦੀ ਫਿਰ ਵੀ ਪਹਿਰੇਦਾਰੀ ਕਰਦੇ ਹਨ, ਜਾ ਕੇ ਕਰਦੇ ਹਨ। ਅਗਲੇ ਦਿਨ ਕੋਈ ਇਨਾਮ ਦੀ ਆਸ ਨਹੀਂ ਹੁੰਦੀ, ਜਾ ਕੇ ਰੂੜੀ ਤੇ ਜਿਹੜਾ ਕਿ ਸੋ ਜਾਂਦੇ ਹਨ। ਕਿ ਜਿਹੜੇ ਕੁੱਤੇ ਨੇ ਕਦੇ ਵੀ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ, ਭਾਵੇਂ ਉਹਨਾਂ ਨੂੰ ਮਾਲਕ 100 ਜੁੱਤੇ ਮਾਰੇ, ਪਰ ਇਨਸਾਨ ਜਿਹੜਾ ਮਾਲਕ ਦਾ ਦਿੱਤਾ ਸਭ ਕੁਝ ਪ੍ਰਾਪਤ ਕਰਕੇ ਵੀ ਉਸਨੂੰ ਯਾਦ ਨਹੀਂ ਕਰਦਾ। ਇਸ ਲਈ ਕੁੱਤੇ ਜਿਹੜੇ ਨੇ ਕਿ ਸਾਡੇ ਤੋਂ ਚੰਗੇ ਨੇ। ਫਿਰ ਅੱਗੇ ਬੁੱਲੇ ਸ਼ਾਹ ਕਹਿ ਰਿਹਾ ਕਿ ਬੁੱਲੇ ਸ਼ਾਹ ਕੋਈ ਰਖਤ ਵਿਹਾਜ਼ ਲੈ, ਰਖਤ ਵਿਆਜ ਹੁੰਦਾ ਕਿ ਕੋਈ ਬੰਦੋਬਸਤ ਕਰ ਲਓ, ਕੋਈ ਇੰਤਜ਼ਾਮ ਕਰਨਾ, ਨਹੀਂ ਤਾਂ ਬਾਜੀ ਲੈ ਕੇ ਕੁੱਤੇ। ਕਿ ਇਹ ਇਨਸਾਨ ਤੈਨੂੰ ਮਾਲਕ ਦੀ ਭਗਤੀ ਵੱਲ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ, ਉਸਦੇ ਅਮਲਾਂ ਤੇ ਚੱਲਣਾ ਚਾਹੀਦਾ ਹੈ, ਕੋਈ ਬੰਦੋਬਸਤ ਆਪਣਾ ਕਰ ਲਓ, ਨਹੀਂ ਤਾਂ ਦੇਖ ਮਾਲਕ ਭਗਤੀ ਵਿੱਚ ਜਿਹੜੇ ਕੁੱਤੇ ਹੈ ਤੇਰੇ ਤੋਂ ਅੱਗੇ ਨਿਕਲ ਜਾਣਗੇ, ਇਨਸਾਨ ਤੂੰ ਪਿੱਛੇ ਰਹਿ ਜਾਏਗਾ ਤੇ ਕੁੱਤੇ ਤੇਰੇ ਤੋਂ ਅੱਗੇ ਨਿਕਲ ਜਾਣਗੇ। ਇਹ ਸੀ ਪੈਰਾ ਕਿ ਕੁੱਤੇ ਜਿਹੜੇ ਨੇ ਇਨਸਾਨ ਤੋਂ ਉੱਪਰ ਕਿਉਂ ਨੇ, ਉਹਨਾਂ ਦਾ ਇੱਥੇ ਦੱਸਿਆ ਗਿਆ ਹੈ। ਅੱਗੇ ਛੋਟੇ ਛੋਟੇ ਜਿਹੜੇ ਨੇ ਪੈਰੇ ਆ ਰਹੇ ਨੇ ਜਿਨ੍ਹਾਂ 'ਚ ਬੁੱਲੇ ਸ਼ਾਹ ਜੀ ਕੁਝ ਜੀਵਨ ਦੇ ਸੱਚਾਈਆਂ ਬਾਰੇ ਸਾਨੂੰ ਦੱਸ ਰਹੇ ਨੇ। ਪਹਿਲਾ ਹੈ, ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ। ਇੱਥੇ ਕਵੀ ਕਹਿ ਰਿਹਾ ਕਿ ਸਾਨੂੰ ਅਜਿਹੀ ਥਾਂ ਤੇ ਚਲੇ ਜਾਣਾ ਚਾਹੀਦਾ ਜਿੱਥੇ ਸਾਰੇ ਇਨਸਾਨ ਅੰਨੇ ਹੋਣ, ਯਾਨੀ ਕਿ ਅੰਨੇ ਤੋਂ ਭਾਵ ਇਹ ਨਹੀਂ ਕਿ ਅੱਖਾਂ ਤੋਂ ਹੀ ਅੰਨੇ, ਯਾਨੀ ਕਿ ਜਿਹੜੇ ਕਿ ਮਾਨਸਿਕ ਤੌਰ ਤੇ ਅੰਨੇ ਹੋਣ, ਜਿਨ੍ਹਾਂ ਦੇ ਵਿੱਚ ਜਾਤ ਪਾਤ, ਛੂਤ ਛਾਤ, ਵੱਡਾ ਛੋਟਾ, ਅਮੀਰ ਗਰੀਬ, ਇਹੋ ਜਿਹੜਾ ਚੀਜ਼ਾਂ ਬਸ ਸੋਚਦੇ ਨੇ ਉਹ ਉਹਨਾਂ ਦੇ ਅੰਦਰ ਨਾ ਹੋਣ, ਵੀ ਅਗਿਆਨੀ ਹੋਣ। ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ।
ਅਜਿਹੀ ਥਾਂ ਉੱਤੇ ਨਾ ਤਾਂ ਸਾਡੀ ਕੋਈ ਹਸਤੀ ਨੂੰ ਪਛਾਣ ਸਕੇਗਾ, ਨਾ ਕੋਈ ਸਾਡੀ ਮਾਨਤਾ ਕਰੇਗਾ। ਇਸ ਤਰ੍ਹਾਂ ਇਨਸਾਨ ਦੇ ਅੰਦਰ ਜਿਹੜੀ ਅਹੰਕਾਰ ਆ, ਹਉਮੈ, ਉਹ ਖਤਮ ਹੋ ਜਾਏਗਾ ਕਿ ਐਸੀ ਜਗ੍ਹਾ 'ਤੇ ਜਾਈਏ ਕਿ ਜਿੱਥੇ ਕੋਈ ਇਹ ਨਾ ਕਹੇ ਕਿ ਇਹ ਪ੍ਰਧਾਨ ਮੰਤਰੀ ਆ ਗਿਆ, ਇਹ ਵਜ਼ੀਰ ਆ ਗਿਆ, ਜਾਂ ਕੋਈ ਅਮੀਰ ਆ ਗਿਆ, ਕੋਈ ਮਜ਼ਦੂਰ ਆ ਗਿਆ, ਕੋਈ ਇੰਝ ਦੀ ਗੱਲਾਂ ਨਾ ਕਰੇ। ਬਸ ਉੱਥੇ ਜਾ ਕੇ ਸਾਰੇ ਇਹ ਸਮਝਣ ਕਿ ਮਨੁੱਖ ਹੈਗੇ ਸਾਰੇ। ਇਸ ਤਰ੍ਹਾਂ ਜਗ੍ਹਾ 'ਤੇ ਚੱਲੀਏ, ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ, ਨਾ ਕੋਈ ਸਾਨੂੰ ਸੋਚੇ ਕਿ ਪ੍ਰਿੰਸੀਪਲ ਆ ਗਿਆ ਜਾਂ ਕੋਈ ਵੱਡਾ ਅਫਸਰ ਆ ਗਿਆ, ਨਾ ਕੋਈ ਸੋਚੇ ਕਿ ਕੋਈ ਗਰੀਬ ਚਪੜਾਸੀ ਆ ਗਿਆ, ਇੰਝ ਦੀ ਕੋਈ ਚੀਜ਼ ਨਾ ਉੱਥੇ ਹੋਏ। ਫਿਰ ਅਗਲਾ ਹੈ, ਹੋਰ ਨਹੀਂ ਸੱਭੇ ਗੱਲੜੀਆਂ ਅੱਲਾ ਅੱਲਾ ਦੀ ਗੱਲ। ਕਿ ਬੁੱਲੇ ਸ਼ਾਹ ਜੀ ਕਹਿੰਦੇ ਨੇ ਕਿ ਦੁਨੀਆ 'ਚ ਇਨਸਾਨ 100 ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਲੇਕਿਨ ਸਾਰੀਆਂ ਗੱਲਾਂ ਛੋਟੀਆਂ ਹਨ। ਅੱਲਾ ਅੱਲਾ ਦੀ ਜੇ ਕੋਈ ਗੱਲ ਕਰਦਾ ਤੇ ਅਸਲੀ ਗੱਲ ਹੀ ਉਹੀ ਹੈ, ਕਿ ਬਾਕੀ ਤੇ ਸਭ ਫਾਲਤੂ ਦੀਆਂ ਗੱਲਾਂ ਨੇ ਜਿਹੜੀ ਅਸੀਂ ਗੱਲਾਂ ਕਰਦੇ ਨੇ। ਜੇ ਅਸੀਂ ਪਰਮਾਤਮਾ ਦੀਆਂ ਗੱਲਾਂ ਕਰਦੇ ਹਾਂ, ਅਸਲੀ ਗੱਲ ਹੀ ਉਹੀ ਹੈ। ਕੁਝ ਰੌਲਾ ਪਾਇਆ ਆਲਮਾਂ ਤੇ ਕੁਝ ਕਾਗਜ਼ਾਂ ਪਾਇਆ ਚੱਲ। ਚੱਲ ਹੁੰਦਾ ਹੈ ਪਾਗਲਪਨ, ਔਰ ਆਲਮ ਹੁੰਦੇ ਹਨ ਜਿਹੜੇ ਵਿਦਵਾਨ, ਜਿਸ ਤਰ੍ਹਾਂ ਮੌਲਵੀ ਹੋ ਗਏ, ਪੰਡਤ ਹੋ ਗਏ, ਭਾਈ ਸਾਹਿਬ ਹੋ ਗਏ, ਜਿਹਨਾਂ ਨੂੰ ਜ਼ਿਆਦਾ ਗਿਆਨ ਹੁੰਦਾ ਹੈ। ਬੁੱਲੇ ਸ਼ਾਹ ਕਹਿ ਰਹੇ ਕਿ ਦੁਨੀਆ ਦੀ ਸਾਰੀਆਂ ਛੋਟੀਆਂ ਗੱਲਾਂ ਹਨ, ਅਸਲੀ ਗੱਲ ਕਿਹੜੀ ਹੈ? ਅੱਲਾ ਅੱਲਾ ਦੀ ਗੱਲ ਕਰਨੀ ਹੈ। ਪਰੰਤੂ ਕਹਿੰਦੇ ਕਿ ਇਹਨਾਂ ਗੱਲਾਂ ਨੂੰ ਸਾਡੇ ਜਿਹੜੇ ਸੰਪਰਦਾਇਕ ਵਿਦਵਾਨ ਨੇ ਰੌਲੇ ਰੱਪੇ ਪਾ ਕੇ ਧਾਰਮਿਕ ਗ੍ਰੰਥ, ਯਾਨੀ ਕਿ ਮੁਸਲਮਾਨ ਆਪਣੇ ਗ੍ਰੰਥ ਦੇ ਹਿਸਾਬ ਨਾਲ ਦੱਸਣਗੇ, ਹਿੰਦੂ ਆਪਣੇ ਗ੍ਰੰਥਾਂ ਦੇ ਹਿਸਾਬ ਨਾਲ ਦੱਸਦੇ ਨੇ, ਸਿੱਖ ਆਪਣੇ ਗ੍ਰੰਥਾਂ ਦੇ ਹਿਸਾਬ ਨਾਲ ਦੱਸਦੇ ਨੇ ਕਿ ਇਹਨਾਂ ਕਾਗਜ਼ਾਂ ਨੇ ਇੱਕ ਝੱਲ ਪਾਇਆ ਵਾ, ਇੱਕ ਪਾਗਲਪੈਨ ਪਾਇਆ ਕਿ ਮੇਰਾ ਧਰਮ ਆ ਕਹਿੰਦਾ ਵਾ, ਮੇਰਾ ਧਰਮ ਆ ਕਹਿੰਦਾ। ਪਰ ਅਸਲ ਧਰਮ ਕਹਿੰਦਾ ਕੀ ਹੈ? ਕਿ ਮਨੁੱਖਤਾ ਦੀ ਸੇਵਾ ਕਰੋ, ਪਰਮਾਤਮਾ ਵੱਲ ਧਿਆਨ ਦਿਓ, ਨੇਕ ਕਰਮ ਕਰੋ। ਮਨੁੱਖ ਦੀ ਭਲਾਈ ਵਾਸਤੇ ਆਇਆ ਹੈ। ਪਰ ਇਹ ਗੱਲਾਂ ਜਿਹੜੇ ਸਾਡੇ ਧਾਰਮਿਕ ਗੁਰੂ ਨੇ, ਇਹ ਸਾਨੂੰ ਹੋਰ ਗੱਲਾਂ ਵੱਲ ਜਿਹੜਾ ਕਿ ਲਗਾ ਦਿੰਦੇ ਹਨ। ਅਗਲਾ ਪੈਰਾ ਹੈ, ਅਗਲੀ ਲਤੁਕ ਹੈ ਜਿਹੜੀ, ਵਾਰੇ ਜਾਈਏ ਉਹਨਾਂ ਤੋਂ ਜਿਹੜੇ ਮਾਰਨ ਗੱਪ ਛੜੱਪ। ਬਹੁਤ ਹੀ ਵਧੀਆ ਚੀਜ਼ ਲਿਖੀ ਹੈ ਕਿ ਬੁੱਲੇ ਸ਼ਾਹ ਕਹਿੰਦੇ ਉਹਨਾਂ ਲੋਕਾਂ ਤੋਂ ਵਾਰੇ ਜਾਣਾ ਚਾਹੀਦਾ ਹੈ ਜੋ ਨੇਕ ਕਰਮ ਕਰਨ ਦੀਆਂ ਵੱਡੀਆਂ ਗੱਪਾਂ ਮਾਰਦੇ ਹਨ। ਕਈ ਕਹਿੰਦੇ ਨੇ ਨਾ, ਮੈਂ ਇੰਨੇ ਵਰਤ ਕੀਤੇ, ਮੈਂ ਨੰਗੇ ਪੈਰ ਆਹ ਕੰਮ ਕੀਤਾ, ਮੈਂ ਇਕਲਾਤੇ ਖਲੋ ਕੇ ਭਗਤੀ ਕੀਤੀ, ਜਾਂ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੇ ਲੋਕ ਕਰਦੇ ਨਹੀਂ ਪਰ ਝੂਠੀਆਂ ਕਈ ਗੱਪਾਂ ਵੀ ਮਾਰਦੇ ਨੇ ਪਰਮਾਤਮਾ ਦੇ ਨਾਮ ਤੇ ਬੁੱਲੇ ਸ਼ਾਹ ਜੀ ਕਹਿੰਦੇ ਨੇ ਵਾਰੇ ਜਾਣਾ ਚਾਹੀਦਾ ਉਹਨਾਂ ਤੋਂ ਜਿਹੜੇ ਨੇਕ ਕਰਮ ਕਰਨ ਦੀਆਂ ਵੱਡੀਆਂ ਗੱਪਾਂ ਮਾਰਦੇ ਹਨ। ਕੌਡੀ ਲੱਭੀ ਤੇ ਦੇ ਦੇਵਣ ਤੇ ਬੁਗਚਾ ਕਾਊ ਕੱਪ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਆਮ ਐਗਜ਼ਾਮਪਲ ਜਾਂ ਉਦਾਹਰਨ ਦੇ ਕੇ ਸਮਝਾਉਂਦੀ ਹਾਂ ਕਿ ਰਾਹ ਜਾਂਦਿਆਂ ਨੂੰ ਕਈ ਵਾਰੀ ਤੁਹਾਡੇ ਅੱਗੇ ਕੋਈ ਤੁਰਿਆ ਜਾ ਰਿਹਾ, ਤੁਹਾਡਾ ਕੋਈ ਸਾਥੀ ਦੋਸਤ ਤੁਰਿਆ ਜਾ ਰਿਹਾ ਹੈ, ਤੇ ਮੰਨ ਲਓ ਉਹਦੀ ਜੇਬ 'ਚੋਂ ਕੋਈ ਪੈਸਾ ਤੇਲਾ ਥੱਲੇ ਡਿੱਗ ਜਾਂਦਾ ਹੈ, ਤੇ ਤੁਸੀਂ ਉਹਨੂੰ ਚੱਟ ਕਹਿੰਦੇ ਕਿ ਹਾਲ ਤੇਰਾ 1 ਰੁਪਿਆ, 2 ਰੁਪਏ ਡਿੱਗੇ, ਤੇਰਾ 5 ਰੁਪਏ ਡਿੱਗਾ। ਤੇ ਜੇ ਮੰਨ ਲਓ ਕਿ 2000 ਦਾ ਨੋਟ ਡਿੱਗਦਾ, ਤੇ ਉਹ ਕਹਿੰਦੇ ਕਿ ਫੜ ਕੇ ਰੱਖ ਲੈਂਦੇ, ਕੋਈ ਦੱਸਦਾ ਨਹੀਂ ਆ ਕਿ ਕੌਡੀ ਲੱਭੀ ਤੇ ਦੇ ਦੇਵਣ ਤੇ ਬੁਗਚਾ ਕਾਊ ਕੱਪ। ਉਸੇ ਤਰ੍ਹਾਂ ਕਹਿੰਦੇ ਨੇ ਕਿ ਜਿਹੜੇ ਅਜਿਹੇ ਲੋਕ ਹੁੰਦੇ ਨਾ, ਜੇਕਰ ਕਿਸੇ ਦੀ ਕੌਡੀ ਲੱਭੇ ਤਾਂ ਉਸ ਦੇ ਮਾਲਕ ਕੋਲ ਪਹੁੰਚਾ ਦਿੰਦੇ ਹਨ। ਤੇ ਜਿਸ ਤਰ੍ਹਾਂ ਨੇਕਨਾਮੀ ਖੱਟ ਲੈਂਦੇ ਕਿ ਆ ਲੱਗਾ ਮੈਂ ਤੇਰੇ ਪੈਸੇ ਡਿੱਗੇ, ਫੜਾ ਦਿੱਤੇ ਨੇ। ਪਰੰਤੂ ਜੇਕਰ ਕਿਸੇ ਕੋਲ ਮੋਟਾ ਮਾਲ ਜਾਂ ਥੈਲਾ ਜਾਂ ਵੱਡੇ ਪੈਸੇ ਡਿੱਗ ਜਾਣ ਤਾਂ ਚੁੱਪ ਕਰਕੇ ਲੋਕ ਖਾ ਜਾਂਦੇ ਨੇ। ਜਿਹੜੇ ਲੋਕ ਗੱਪਾਂ ਮਾਰਦੇ ਨੇ, ਜਿਹੜੇ ਲੋਕ ਦਿਖਾਵਾ ਕਰਦੇ ਨੇ, ਮੈਂ ਇੰਨੀ ਭਗਤੀ ਕੀਤੀ, ਮੈਂ ਇੰਨਾ ਰੱਬ ਦਾ ਨਾਮ ਲਿਆ, ਮੈਂ ਇੰਨਾ ਦਾਨ ਪੁੰਨ ਕੀਤਾ, 2 ਕਿਲੋ ਲੋਕ ਸੇਬ ਵੰਡ ਕੇ 4 ਲੋਕ ਇਕੱਠੇ ਫੋਟੋਆਂ ਖਿਚਾਉਂਦੇ ਨੇ। ਇਸ ਕਰੋਨਾ ਐਪੀਸੋਡ ਵਿੱਚ ਸਾਰਿਆਂ ਨੂੰ ਕਰੋਨਾ ਦੇ ਟਾਈਮ ਸਭ ਨੇ ਵੇਖਿਆ ਹੋਵੇਗਾ ਕਿ ਲੋਕ ਕਿਵੇਂ ਦਾਨ ਪੁੰਨ ਕਰਦੇ ਨੇ, ਦਾਨ ਥੋੜ੍ਹਾ ਤੇ ਫੋਟੋਆਂ ਜ਼ਿਆਦਾ ਜਿਹੜੀਆਂ ਆਪਣੀਆਂ ਪਾਉਂਦੇ ਰਹੇ ਨੇ। ਅੱਗੇ ਕਹਿ ਰਹੇ ਨੇ, ਹਾਜੀ ਲੋਕ ਮੱਕੇ ਨੂੰ ਜਾਂਦੇ ਅਸਾਂ ਜਾਣਾ ਤਖਤ ਹਜ਼ਾਰੇ। ਮੈਂ ਤੁਹਾਨੂੰ ਰਚਨਾ ਕਰਾਉਣ ਦੀ ਸ਼ੁਰੂਆਤ 'ਚ ਹੀ ਦੱਸਿਆ ਸੀ ਕਿ ਬੁੱਲੇ ਸ਼ਾਹ ਜੀ ਆਪਣੇ ਆਪ ਨੂੰ ਹੀਰ ਤੇ ਪਰਮਾਤਮਾ ਨੂੰ ਰਾਂਝਾ ਕਹਿ ਕੇ ਜਿਹੜਾ ਕਿ ਸੰਬੋਧਨ ਕਰਦੇ ਰਹੇ ਹਨ। ਤੇ ਬੁੱਲੇ ਸ਼ਾਹ ਜੀ ਜਿਹੜੇ ਕਹਿ ਰਹੇ ਨੇ ਕਿ ਜਿਹੜੇ ਮੁਸਲਮਾਨ ਲੋਕ ਜਿਹੜੇ ਕਹਿੰਦੇ ਨਾ ਕਿ ਅਸੀਂ ਹੱਜ ਕਰਨ ਚੱਲੇ ਆ, ਉਹਨਾਂ ਨੂੰ ਜਿਹੜੇ ਲੋਕ ਹੱਜ ਕਰਨ ਜਾਂਦੇ, ਮੱਕੇ ਦੀ ਯਾਤਰਾ ਕਰਨ ਜਾਂਦੇ, ਉਹਨਾਂ ਨੂੰ ਹਾਜੀ ਕਹਿੰਦੇ ਨੇ। ਤੇ ਬੁੱਲੇ ਸ਼ਾਹ ਜੀ ਆਪਣੇ ਆਪ ਨੂੰ ਹੀਰ ਦੇ ਰੂਪ ਵਿੱਚ ਕਹਿੰਦੇ ਨੇ ਕਿ ਮੁਸਲਮਾਨ ਲੋਕ ਜਿਹੜੇ ਨੇ, ਹਾਜੀ ਲੋਕ ਜਿਹੜੇ ਕਿ ਮੱਕੇ ਵਿੱਚ ਕਾਬੇ ਦੇ ਦਰਸ਼ਨ ਕਰਨ ਲਈ ਜਾਂਦੇ ਨੇ। ਪਰ ਉਹ ਇਹਨਾਂ ਬੁੱਲੇ ਸ਼ਾਹ ਜੀ ਕਹਿੰਦੇ ਕਿ ਮੈਂ ਇਹਨਾਂ ਕਰਮਕਾਂਡਾਂ 'ਚ ਯਕੀਨ ਨਹੀਂ ਕਰਦਾ। ਕਹਿੰਦੇ ਅਸੀਂ ਤਾਂ ਸਿੱਧਾ ਤਖਤ ਹਜ਼ਾਰੇ ਜਾਣਾ ਵਾ, ਜਿੱਥੇ ਸਾਡਾ ਪਰਮਾਤਮਾ ਵਸਦਾ ਹੈ। ਅਸਲ ਵਿੱਚ ਜਿਹੜਾ ਰਾਂਝਾ ਸੀ ਉਹ ਤਖਤ ਹਜ਼ਾਰੇ ਦਾ ਸੀ। ਤੇ ਇਸ ਲਈ ਕਹਿ ਰਹੇ ਨੇ ਕਿ ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖਤ ਹਜ਼ਾਰਾ। ਕਿਸੇ ਤਾਂ ਸਿੱਧਾ ਪਰਮਾਤਮਾ ਦੇ ਘਰ ਹੀ ਜਾਣਾ। ਪਰਮਾਤਮਾ ਦੇ ਘਰ ਜਾਣ ਵਾਸਤੇ ਕਿਸੇ ਮੰਦਿਰਾਂ ਜਾਂ ਗੁਰਦੁਆਰਿਆਂ ਜਾਂ ਮਸਜਿਦਾਂ 'ਚ ਜਾਣ ਦੀ ਲੋੜ ਨਹੀਂ। ਪਰਮਾਤਮਾ ਤੁਹਾਡੇ ਮਨ ਦੇ ਅੰਦਰ ਹੈ। ਚੰਗੇ ਕਰਮ ਕਰੋ, ਦੂਸਰੇ ਲੋਕਾਂ ਦੀ ਮਦਦ ਕਰੋ, ਪਰਮਾਤਮਾ ਦਾ ਸਿਮਰਨ ਕਰੋ, ਪਰਮਾਤਮਾ ਉਂਝ ਹੀ ਮਿਲ ਜਾਂਦਾ ਹੈ। ਜਿੱਤ ਵੱਲ ਯਾਰ ਉੱਤੇ ਵੱਲ ਕਾਬਾ, ਅਸਾਂ ਜਾਣਾ ਤਖਤ ਹਜ਼ਾਰੇ। ਕਹਿੰਦੇ ਕਿ ਜਿੱਥੇ ਯਾਰ ਵਸਦਾ, ਇੱਥੇ ਯਾਰ ਕਿਹਾ ਗਿਆ ਪਰਮਾਤਮਾ, ਜਿੱਥੇ ਯਾਰ ਵਸਦਾ ਹੋਵੇ ਉਹ ਥਾਂ ਹੀ ਸਾਡਾ ਅਸਲੀ ਕਾਬਾ ਹੁੰਦਾ ਹੈ। ਇਸ ਗੱਲ ਦੀ ਪੁਸ਼ਟੀ ਭਾਵੇਂ ਪਵਿੱਤਰ ਜਿਹੜੇ ਧਾਰਮਿਕ ਗ੍ਰੰਥ ਨੇ ਜਾਂ ਜਿੰਨਾ ਵੇਦ ਵੀ ਨੇ, ਕੁਰਾਨ ਨੇ, ਉਹਨਾਂ ਨੂੰ ਪੜ੍ਹ ਕੇ ਵੀ ਕੀਤੀ ਜਾ ਸਕਦੀ ਹੈਗੀ ਇਸ ਗੱਲ ਦੀ, ਕਿ ਇਹ ਨਹੀਂ ਕਿ ਤੁਸੀਂ ਭਗਤੀ ਜਾਂ ਵਰਤ ਪੂਜਾ ਜਾਂ ਪਾਠ ਪੂਜਾ ਜਾਂ ਹਵਨ ਜਾਂ ਜੋ ਵੀ ਪਾਠ ਕਰਕੇ ਤੁਹਾਨੂੰ ਪਰਮਾਤਮਾ ਮਿਲ ਸਕਦਾ, ਇਸ ਤਰ੍ਹਾਂ ਨਹੀਂ ਹੁੰਦਾ। ਪਰਮਾਤਮਾ ਨੇਕ ਕਰਮ ਕਰਨ ਨਾਲ ਵੀ ਮਿਲ ਜਾਂਦਾ ਹੈ। ਅੱਗੇ ਕਹਿ ਰਹੇ ਨੇ, ਮੁੱਲਾ ਅਤੇ ਮਸ਼ਾਲਚੀ ਦੋਵੇਂ ਇੱਕੋ ਚਿੱਤ। ਮੁੱਲਾ ਅਤੇ ਮਸ਼ਾਲਚੀ ਦੋਵੇਂ ਇੱਕੋ ਚਿੱਤ। ਕਹਿੰਦੇ ਨੇ ਕਿ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਮੁੱਲਾ ਜਿਹੜਾ ਕਿ ਜਿਸ ਤਰ੍ਹਾਂ ਮੌਲਵੀ ਹੋ ਗਏ, ਜੋ ਵੀ ਜਿਹੜੇ ਧਾਰਮਿਕ ਗੁਰੂ ਹੁੰਦੇ ਨੇ, ਉਹਨਾਂ ਨੂੰ ਕਿਹਾ ਹੈ। ਤੇ ਮਸ਼ਾਲਚੀ ਜਿਹੜਾ ਬਲ ਦੀ ਮਸ਼ਾਲ ਫੜ ਕੇ ਚੱਲਣ ਵਾਲਾ ਹੁੰਦਾ ਹੈ। ਕਹਿੰਦੇ ਦੋਵੇਂ ਇੱਕੋ ਤਰ੍ਹਾਂ ਦੇ ਹਨ।
ਮੁੱਲਾ ਤੇ ਮਸ਼ਾਲਚੀ ਦੋਵੇਂ ਇੱਕੋ ਤਰ੍ਹਾਂ ਦੇ ਨੇ। ਲੋਕ ਕਰਦੇ ਚਾਨਣ ਆਪ ਹਨੇਰੇ ਵਿੱਚ, ਕਹਿੰਦੇ ਮੁੱਲਾ ਵੀ ਲੋਕਾਂ ਨੂੰ ਚਾਨਣ ਕਰਾਉਂਦਾ ਹੈ ਧਾਰਮਿਕ ਗੱਲਾਂ ਨਾਲ। ਮਸ਼ਾਲਚੀ ਹੈ ਜਿਹੜੀ ਚਲਦੀ ਮਸ਼ਾਲ ਫੜ ਕੇ ਲੋਕਾਂ ਨੂੰ ਚਾਨਣਾ ਕਰਾਉਂਦਾ ਹੈ। ਲੇਕਿਨ ਦੋਨਾਂ ਦੀ ਹਾਲਤ ਇੱਕੋ ਜਿਹੀ ਹੈ ਕਿ ਆਪ ਉਹ ਅੰਧੇਰੇ ਵਿੱਚ ਹੁੰਦੇ ਨੇ। ਕਹਿੰਦੇ ਨੇ ਦੀਏ ਤਲੇ ਅੰਧੇਰਾ, ਕਿ ਦੀਵਾ ਤੇ ਬਲਦਾ ਪਰ ਉਹਦੇ ਥੱਲੇ ਆਪ ਹਨੇਰਾ ਹੁੰਦਾ। ਉਸੇ ਤਰ੍ਹਾਂ ਜਿਹੜਾ ਮੁੱਲਾ ਤੇ ਮਸ਼ਾਲਚੀ ਨੇ ਲੋਕਾਂ ਨੂੰ ਤਾਂ ਚਾਨਣਾ ਕਰਾਉਂਦੇ ਹਨ, ਇੱਕ ਰਾਹ ਵਿਖਾ ਕੇ ਕਰਾਉਂਦਾ ਹੈ, ਇੱਕ ਧਾਰਮਿਕ ਗੱਲਾਂ ਨਾਲ ਲੋਕਾਂ ਨੂੰ ਚਾਨਣਾ ਕਰਾਉਂਦਾ, ਪਰ ਆਪ ਜਿਹੜੇ ਨੇ ਕਿ ਉਹ ਹਨੇਰੇ ਵਿੱਚ ਹੁੰਦੇ ਹਨ। ਸੋ ਇਹ ਅਸੀਂ ਜੋ ਅੱਜ ਰਚਨਾ ਪੜ੍ਹੀ ਹੈ ਬੁੱਲੇ ਸ਼ਾਹ ਜੀ ਦੀ, ਉਮੀਦ ਕਰ ਰਹੀ ਤੁਹਾਨੂੰ ਸਮਝ ਆ ਗਈ ਹੋਏਗੀ। ਨਹੀਂ ਵੀ ਸਮਝ ਆਈ, ਕੋਈ ਚੀਜ਼ ਰਹਿ ਜਾਂਦੀ, ਤੁਸੀਂ ਲਿਖ ਦਿਓ, ਕਮੈਂਟ ਬਾਕਸ ਮੈਸੇਜ ਕਰ ਦਿਓ, ਮੈਨੂੰ ਦੁਬਾਰਾ ਤੋਂ ਠੀਕ ਕਰਾਉਣ ਦੀ, ਦੁਬਾਰਾ ਪੜ੍ਹਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਉਮੀਦ ਕਰ ਰਹੀ ਤੁਹਾਨੂੰ ਮੇਰੇ ਸਾਰੇ ਪੜ੍ਹਾਏ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਏ ਹਨ। ਔਰ ਜਿਨ੍ਹਾਂ ਨੂੰ ਚੈਪਟਰ ਸਮਝ ਆ ਰਹੇ ਹਨ ਚੰਗੀ ਗੱਲ, ਜਿਨ੍ਹਾਂ ਨੂੰ ਨਹੀਂ ਸਮਝ ਆ ਰਹੇ, ਜਿਨ੍ਹਾਂ ਨੂੰ ਮੈਂ ਪਸੰਦ ਨਹੀਂ ਆ ਰਹੀ, ਉਹ ਬੇਸ਼ੱਕ ਮੇਰੀ ਵੀਡੀਓ ਜਿਹੜੀਆਂ ਨੇ ਨਾ ਦੇਖਣ, ਨਾ ਲਾਈਕ ਕਰਨ ਵੀ, ਲੇਕਿਨ ਬੁਰੇ ਤੇ ਬੁਰੇ ਕਮੈਂਟ ਪਲੀਜ਼ ਉੱਤੇ ਨਾ ਕਰੋ ਵੀ। ਮੈਂ ਸਿਰਫ ਲੋਕ ਭਲਾਈ ਵਾਸਤੇ ਬੱਚਿਆਂ ਨੂੰ ਜਿਹੜਾ ਕਿ ਪੜ੍ਹਾ ਰਹੀ ਹਾਂ ਕਿ ਥੋੜ੍ਹਾ ਬੱਚਿਆਂ ਦਾ ਸਿਲੇਬਸ ਕਵਰ ਹੋ ਜਾਏ ਇਸ ਕਰੋਨਾ ਵਿੱਚ। ਪਰ ਜਿਨ੍ਹਾਂ ਨੂੰ ਨਹੀਂ ਪਸੰਦ ਮੇਰੀਆਂ ਵੀਡੀਓਜ਼ ਜਾਂ ਜੋ ਮੈਨੂੰ ਨਹੀਂ ਪਸੰਦ ਕਰ ਰਹੇ, ਉਹ ਬੇਸ਼ੱਕ ਮੇਰੀ ਵੀਡੀਓਜ਼ ਨਾ ਦੇਖੋ। ਸੋ ਬਾਕੀ ਜਿਨ੍ਹਾਂ ਨੂੰ ਪਸੰਦ ਆ ਰਹੀਆਂ ਹਨ ਉਹ ਦੇਖੋ, ਔਰ ਜਿਹੜੀ ਤੁਹਾਡੀ ਕੁਐਰੀਜ਼ ਨੇ ਉਹ ਮੈਨੂੰ ਦੱਸੋ, ਮੈਂ ਉਹਨਾਂ ਨੂੰ ਪੂਰੀ ਛੇਤੀ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੀ। ਧੰਨਵਾਦ।